ਤੁਸੀਂ ਜੁੜੇ ਹੋ ਪੰਜਾਬ ਟੀਵੀ 24 ਦੇ ਨਾਲ। ਮੈਂ ਮਨਪ੍ਰੀਤ ਸਿੰਘ ਆਜ਼ਾਦ ਗੱਲ ਕਰਦੇ ਹਾਂ। ਅਨੇਕਾਂ ਡਾਕਟਰਾਂ ਤੱਕ ਆਪਾਂ ਪਹੁੰਚਦੇ ਹਾਂ ਬਿਮਾਰੀਆਂ ਦਾ ਇਲਾਜ ਕਰਾਉਣ ਵਾਸਤੇ, ਪਰ ਫਿਰ ਵੀ ਜਿਹੜੇ ਸਾਡੇ ਦੁਨੀਆ ਦੇ ਵਿੱਚ ਇੱਕ ਵੱਡਾ ਜਿਹੜਾ ਵਿਸ਼ਾ ਬਣਿਆ ਪਿਆ ਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਇੱਕ ਤੋਂ ਵੱਧ ਬੱਚਾ ਨਹੀਂ ਪੈਦਾ ਕਰਦੇ ਜਾਂ ਬੱਚੇ ਪੈਦਾ ਹੀ ਨਹੀਂ ਹੋ ਰਹੇ। ਕੀ ਕਾਰਨ ਉਹ ਬਾਂਝਪਨ ਦਾ ਕੀ ਕਾਰਨ ਹੈ? ਅੱਜ ਅਸੀਂ ਡਾਕਟਰ ਅਰਜਨ ਬਾਵਾ ਦੇ ਕੋਲ ਆਏ ਹਾਂ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਪਹਿਲੀ ਗੱਲ ਕਰਨਾ ਚਾਹਾਂਗੀ, ਆਯੁਰਵੇਦਿਕ ਮੁਤਾਬਕ ਤੁਸੀਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹੋ। ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬੱਚੇ ਪੈਦਾ ਹੀ ਨਹੀਂ ਹੋ ਰਹੇ, ਕੀ ਕਾਰਨ ਹੋ ਸਕਦਾ, ਕੀ ਇਲਾਜ ਹੋ ਸਕਦਾ? ਦੇਖੋ ਜੀ, ਜੇ ਅਸੀਂ ਆਪਣੇ ਇਤਿਹਾਸ ਵੱਲ ਦੇਖੀਏ ਤੇ ਸਾਡੇ ਵਾਤਾਵਰਣ ਦੇ ਵਿੱਚ ਤੇ ਸਾਡੇ ਖਾਣ ਪੀਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆਇਆ ਹੈ। ਉਹੀ ਸਿਧਾਂਤ ਬਣਦਾ ਪਿਆ ਬਾਰ-ਬਾਰ ਹਰ ਬਿਮਾਰੀ ਦੇ ਵਿੱਚ ਕਿ ਸਾਡੀ ਖੁਰਾਕ ਔਰ ਸਾਡਾ ਖਾਣ ਪਾਨ ਜਿਹੜਾ ਅੱਜ ਕੱਲ੍ਹ ਦਾ ਖਰਾਬ ਹੋ ਗਿਆ। ਉਸ ਕਾਰਨ ਕੀ ਹੁੰਦਾ ਹੈ, ਸਾਡੇ ਸਰੀਰ ਦੇ ਅੰਦਰ ਬੜੇ ਹੀ ਬਾਰੀਕ ਗਲੈਂਡਸ ਹੁੰਦੇ ਆ, ਬੜੇ ਹੀ ਬਾਰੀਕ ਟਿਸ਼ੂਜ਼ ਹੁੰਦੇ ਆ, ਜਿਨ੍ਹਾਂ ਨੂੰ ਲਗਾਤਾਰ ਇਹ ਪਿੱਤ ਦੋਸ਼ ਵਧਣ ਦੇ ਕਾਰਨ ਲਗਾਤਾਰ ਉਹਨਾਂ 'ਤੇ ਡੀਜਨਰੇਟਿਵ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਆ। ਮਤਲਬ ਉਹਨਾਂ 'ਤੇ ਖੂਨ ਦਾ ਸੰਚਾਲਨ ਘਟਦਾ ਹੈ, ਉਹਨਾਂ 'ਤੇ ਟੌਕਸਿਸਿਟੀ ਵੱਧਦੀ ਹੈਗੀ ਹੈ। ਜਦੋਂ ਸਾਡੇ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਟੌਕਸਿਸਿਟੀ ਵੱਧਦੀ ਹੈਗੀ ਹੈ ਤੇ ਉਦੋਂ ਸਿੰਪਲ ਜੀ ਗੱਲ ਹੈ, ਸਾਡੇ ਫੀਮੇਲਸ ਦੇ ਵਿੱਚ ਓਵਿਊਲਸ ਔਰ ਜੈਂਟਸ ਦੇ ਵਿੱਚ ਸਪਰਮ ਬਣਨ ਦੀ ਜਿਹੜੀ ਚਾਂਸਸ ਬੜੇ ਘਟ ਜਾਂਦੇ ਆ, ਜਿਸ ਦੇ ਕਾਰਨ ਅਸੀਂ ਦੇਖੀਦਾ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਅੱਜ ਤੋਂ 50 ਸਾਲ ਪਹਿਲੇ 7-7 10-10 ਬੱਚੇ ਪੈਦਾ ਕਰਨਾ ਬੜਾ ਸੌਖਾ ਸੀ ਔਰ ਅੱਜ ਪੇਸ਼ੈਂਟਸ ਕੋਲੋਂ ਇੱਕ ਵੀ ਬੱਚਾ ਪੈਦਾ ਨਹੀਂ ਹੋ ਰਿਹਾ। ਜਿਸ ਤੱਕ ਗੱਲ ਹੈ ਅੱਜ ਕੱਲ੍ਹ ਦੀ ਪੜ੍ਹਾਈ ਦੇ ਵਿੱਚ ਸਾਨੂੰ ਕਦੀ ਵੀ ਇਹ ਚੀਜ਼ਾਂ ਨਹੀਂ ਸਮਝਾਈਆਂ ਜਾਂਦੀਆਂ ਕਿ ਅਸੀਂ ਜ਼ਿੰਦਗੀ ਦੇ ਏਡੇ ਵੱਡੇ ਕੰਮ ਕਰਨ ਤੋਂ ਪਹਿਲੇ ਕਿਸ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਨਾ। ਉਸ ਤਿਆਰੀ ਦੇ ਵਿੱਚ ਗਲਤ YouTube ਤੇ ਜਾਂ ਗੂਗਲ ਤੇ ਪੇਸ਼ੈਂਟ ਆਪਣਾ ਦੇਖ ਕੇ ਗੂਗਲ ਤੇ ਕਰਕੇ ਔਰ ਸਰਚਾਂ ਤੇ ਆਪਣੇ ਹਿਸਾਬ ਨਾਲ ਉਹ ਮੈਡੀਸਿਨਸ ਲੈਂਦੇ ਰਹਿੰਦੇ ਹੈ, ਜਾਂ ਐਵੇਂ ਹੀ ਬਿਨਾਂ ਨਜਾਇਜ਼ ਗਰਮੀ ਵਧਾਉਣ ਵਾਲੀਆਂ ਚੀਜ਼ਾਂ ਜਿਸ ਤਰ੍ਹਾਂ ਅਖਰੋਟ, ਗਿਰੀਆਂ, ਬਦਾਮ, ਚਾਏ, ਕੌਫੀ, ਮੈਗੀ, ਪਾਸਤਾ, ਇਹ ਸਾਰੀਆਂ ਚੀਜ਼ਾਂ ਆਪਣੇ ਢੰਗ ਦੇ ਨਾਲ ਲੈਂਦੇ ਰਹਿੰਦੇ ਹੈ। ਜਦੋਂ ਤੱਕ ਅਸੀਂ ਉਸ ਬਿਮਾਰੀ ਦੇ ਕਾਰਨ ਤੇ ਨਹੀਂ ਵਰਕ ਕਰਾਂਗੇ ਤੇ ਇਹਦਾ ਹੱਲ ਨਹੀਂ ਹੈਗਾ। ਕਿਸੇ ਵੀ ਬਿਮਾਰੀ ਦਾ ਹੱਲ ਜਿਹੜਾ ਹੈ ਉਹ 70% ਦਵਾਈ ਦੇ ਵਿੱਚ ਹੁੰਦਾ ਹੈ, ਬਟ 30% ਮਰੀਜ਼ ਦੇ ਆਪਣੇ ਤੇ ਵੀ ਡਿਪੈਂਡ ਕਰਦਾ ਹੈ ਕਿ ਉਹਨੇ ਉਸ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ। ਹੁਣ ਜਦੋਂ ਸਾਡੇ ਸਰੀਰ ਦੇ ਵਿੱਚ ਜੜ੍ਹਾਂ ਪੱਕੀਆਂ ਹੋਣਗੀਆਂ ਸਾਡੀਆਂ ਤੇ ਡੈਫੀਨੇਟਲੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਡਾਕਟਰ ਸਾਹਿਬ ਇੱਕ ਗੱਲ ਹੋਰ, ਕਿ ਪ੍ਰੈਗਨੈਂਸੀ ਹੁੰਦੀ ਕਈ ਵਾਰ ਡਿਸਚਾਰਜ ਹੋ ਜਾਂਦਾ 1 ਮਹੀਨੇ ਬਾਅਦ, 2 ਮਹੀਨੇ, ਉਹਦਾ ਕੀ ਕਾਰਨ? ਦੇਖੋ ਜੀ, ਬਾਰ-ਬਾਰ ਉਸੇ ਚੀਜ਼ ਤੇ ਅਸੀਂ ਆਵਾਂਗੇ ਕਿ ਯੂਟਰਸ ਨੂੰ ਫੜਨ ਵਾਲੇ, ਆਪਣੀ ਬੱਚੇਦਾਨੀ ਨੂੰ ਫੜਨ ਵਾਲੇ ਬੜੇ ਜ਼ਿਆਦਾ ਲਿਗਾਮੈਂਟਸ ਹੁੰਦੇ ਆ ਬੋਡੀ ਦੇ ਵਿੱਚ। ਹੁਣ ਉਹ ਪੇਸ਼ੈਂਟ ਜਿਨ੍ਹਾਂ ਨੂੰ ਪਹਿਲੇ 22-23 ਸਾਲ ਤੁਸੀਂ ਮੋਮੋਸ ਤੇ ਰੱਖਿਆ, ਭੁੱਖ ਲੱਗੀ ਹੈ ਤੇ ਜੰਕ ਫੂਡ ਦੇ ਦਿੱਤਾ ਹੈ, ਪੈਰੈਂਟਸ ਨੇ ਬੱਚਿਆਂ ਨੂੰ ਮੈਗੀ ਪਾਸਤਾ ਦੇ ਦਿੱਤਾ ਹੈ, ਜਾਂ ਉਹਨਾਂ ਨੂੰ ਵਿਰੁੱਧ ਆਹਾਰ ਦਿੱਤਾ ਹੈ। ਸਾਡੇ ਆਯੁਰਵੇਦ ਦੇ ਵਿੱਚ 22 ਤਰ੍ਹਾਂ ਦੇ ਵਿਰੁੱਧ ਆਹਾਰ ਹੁੰਦੇ ਆ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੰਦਾ, ਅਸੀਂ ਸਾਰੇ ਜਾਣਦੇ ਹਾਂ ਦੁੱਧ ਦੇ ਨਾਲ ਜਦੋਂ ਪੇਸ਼ੈਂਟ ਕੋਈ ਇਸ ਤਰ੍ਹਾਂ ਦੀ ਤਲੀ ਹੋਈ ਚੀਜ਼ ਲੈਂਦਾ ਹੈ, ਉਸੇ ਵੇਲੇ ਫਲੈਰੀ ਹੋਣ ਦੇ ਚਾਂਸਸ ਰਹਿੰਦੇ ਆ। ਅਸਲ ਦੇ ਵਿੱਚ ਫਲੈਰੀ ਹੋਣ ਦੇ ਚਾਂਸਸ ਜਾਂ ਵਿਟਿਲਿਗੋ ਹੋਣ ਦੇ ਚਾਂਸਸ ਨਹੀਂ ਹੁੰਦੇ। ਉਹਨੂੰ ਪੇਟ ਖਰਾਬ ਰਹਿੰਦਾ, ਉਹਦਾ ਪੇਟ ਖਰਾਬ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਦੁੱਧ ਦੇ ਨਾਲ ਅਸੀਂ ਬੜੇ ਮੁਸ਼ਕਲ ਹੀ ਕੋਈ ਕੰਬੀਨੇਸ਼ਨ ਹੈਗਾ, ਜਿਸ ਤਰ੍ਹਾਂ ਸਿਰਫ ਮਿੱਠੇ ਦਾ ਕੰਬੀਨੇਸ਼ਨ ਹੈ ਜਿਹੜਾ ਦੁੱਧ ਦੇ ਨਾਲ ਬਣਦਾ ਹੈ। ਦੁੱਧ ਦੇ ਨਾਲ ਜਿਹੜਾ ਖੱਟਾ, ਕਸੈਲਾ, ਕੌੜਾ ਤੇ ਤਿੱਖਾ, ਇਹਨਾਂ ਦਾ ਕੋਈ ਕੰਬੀਨੇਸ਼ਨ ਨਹੀਂ ਹੈ। ਦੁੱਧ ਦੇ ਨਾਲ ਤੇ ਦੁੱਧ ਦੀ ਬਣੀ ਹਰ ਇੱਕ ਚੀਜ਼ ਦੇ ਨਾਲ, ਜਿਸ ਤਰ੍ਹਾਂ ਚਾਏ, ਕੌਫੀ, ਇਹਦੇ ਨਾਲ ਕਿਸੇ ਵੀ ਐਂਗਲ ਤੋਂ ਅਸੀਂ ਖੱਟਾ, ਤਿੱਖਾ ਔਰ ਨਮਕੀਨ ਤੇ ਕਸੈਲਾ ਰਸ ਨਹੀਂ ਲੈ ਸਕਦੇ। ਤੇ ਪੇਸ਼ੈਂਟਸ ਇਹ 25-30 ਸਾਲ ਲੈਂਦੇ ਰਹਿੰਦੇ ਹੈ। ਉਹਦੇ ਨਾਲ ਉਹਨਾਂ ਦੇ ਛੋਟੇ ਗਲੈਂਡਸ ਜਿਹੜੇ ਹੈ ਸਾਰੇ ਡਿਸਟਰਬਡ ਹੋ ਜਾਂਦੇ ਆ ਬੋਡੀ ਦੇ ਵਿੱਚ। ਅੰਗਰੇਜ਼ੀ ਤੌਰ ਤੇ ਅਸੀਂ ਇਹਨੂੰ ਐਂਜ਼ਾਈਮਸ ਤੇ ਹਾਰਮੋਨਸ ਕਹਿ ਦਿੰਦੇ ਹਾਂ, ਐਲੋਪੈਥਿਕ ਡਾਕਟਰਸ, ਔਰ ਆਯੁਰਵੇਦ ਦੇ ਵਿੱਚ ਅਸੀਂ ਇਹਨੂੰ ਵਾਤ, ਪਿੱਤ, ਕਫ ਦੋਸ਼ ਕਹਿ ਦਿੰਦੇ ਹੈਗੇ ਆ। ਇਹਨਾਂ ਦੀ ਇੰਬੈਲੈਂਸ ਹੋਣ ਦੇ ਕਾਰਨ ਸਾਡੇ ਸਰੀਰ ਦੇ ਉਹ ਮਾਸਪੇਸ਼ੀਆਂ ਢਿੱਲੀਆਂ ਪੈ ਜਾਂਦੀਆਂ, ਜਿਸ ਕਾਰਨ ਬੱਚਾ ਠਹਿਰ ਨਹੀਂ ਪਾਉਂਦਾ ਔਰ ਉਹ 7ਵੇਂ ਮਹੀਨੇ, 9ਵੇਂ ਮਹੀਨੇ, 8ਵੇਂ ਮਹੀਨੇ ਤੱਕ ਵੀ ਡਿੱਗ ਜਾਂਦਾ ਹੈਗਾ। ਡਾਕਟਰ ਸਾਹਿਬ ਇੱਕ ਹੋਰ, ਕਿ ਆਮ ਹੀ ਅੱਜ ਦੇ ਸਮੇਂ ਦੇ ਵਿੱਚ ਯੂਟਰਸ ਦੇ ਵਿੱਚ ਕਿੰਨੀਆਂ ਰਸੌਲੀਆਂ ਪੈਦਾ ਹੋ ਜਾਂਦੀਆਂ, ਉਹਨਾਂ ਦਾ ਕੀ ਕਾਰਨ ਹੁੰਦਾ? ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ।
ਇਸ ਕੇਸ ਦੇ ਵਿੱਚ ਜਦੋਂ ਸਾਡੇ ਆਯੁਰਵੇਦ ਦੇ ਵਿੱਚ 7 ਧਾਤੂ ਹੁੰਦੇ ਆ ਬੋਡੀ ਦੇ ਵਿੱਚ, ਰਸ, ਰਕਤ, ਮਾਸ, ਮੇਦ, ਅਸਥੀ, ਮੱਜਾ, ਸ਼ੁਕਰ। ਜਦੋਂ ਆਪਣੇ ਖਾਣਾ ਅਸੀਂ ਖਾਂਦੇ ਆ ਉਹ ਸਹੀ ਤਰ੍ਹਾਂ ਸਾਨੂੰ ਪਚਦਾ ਨਹੀਂ ਹੈ। ਕੱਚਾ ਖਾਣਾ ਜਿਹਨੂੰ ਅਸੀਂ ਆਯੁਰਵੇਦ 'ਚ ਆਮ ਕਹਿ ਦਿੰਦੇ ਆ, ਉਹ ਪੱਕ ਜਾਂਦਾ ਬੋਡੀ ਦੇ ਵਿੱਚ, ਉਹ ਡਾਈਜੈਸਟ ਹੋ ਜਾਂਦਾ। ਉਸ ਕੇਸ ਦੇ ਵਿੱਚ ਜਿਹੜਾ ਫੈਟਸ ਧਾਤੂ ਹੈ, ਸਾਡੇ ਜਿਹੜੇ ਮੇਦ ਦੇ ਧਾਤੂ ਹੈ, ਉਹ ਨਹੀਂ ਡਾਈਜੈਸਟ ਹੋ ਪਾਉਂਦਾ ਔਰ ਹੌਲੀ ਹੌਲੀ ਕਰਕੇ ਸਰੀਰ ਦੇ ਵਿੱਚ ਗਿਲਟੀਆਂ ਬਣਾਉਂਦਾ ਹੈ। ਤੁਸੀਂ ਦੇਖੋਗੇ ਜਿਨ੍ਹਾਂ ਪੇਸ਼ੈਂਟਸ ਨੂੰ ਫਾਈਬਰੋਇਡ ਯੂਟਰਸ ਹੁੰਦਾ ਹੈ ਤੇ ਉਹਨਾਂ ਦੇ ਕੇਸ ਦੇ ਵਿੱਚ ਉਹਨਾਂ ਨੂੰ ਸਰੀਰ ਦੇ ਵਿੱਚ ਜਦੋਂ ਵੀ ਉਹ ਨਹਾਉਂਦੇ ਆ, ਕਈ ਵਾਰੀ ਕੇਸਿਸ ਦੇ ਵਿੱਚ ਪਾਇਆ ਗਿਆ ਮੈਕਸਿਮਮ ਤੌਰ ਤੇ ਕਿ ਉਹਨਾਂ ਨੂੰ ਛੋਟੀਆਂ-ਛੋਟੀਆਂ ਗਿਲਟੀਆਂ ਵੀ ਪਾਈਆਂ ਜਾਂਦੀਆਂ ਹੈ। ਔਰ ਮੈਂ ਅਕਸਰ ਇਹ ਕਹਿੰਦਾ ਕਿ ਜੇ ਪੇਸ਼ੈਂਟ ਨੂੰ ਬਿਨਾਈਨ ਟਿਊਮਰਸ ਹੋਏ ਹੈ, ਇਸ ਤਰ੍ਹਾਂ ਦੀ ਰਸੌਲੀ ਹੋਈ ਹੈ ਜਿਹੜੀ ਨਹੀਂ ਉੱਗਦੀ ਪਈ, ਤੇ 100% ਚਾਂਸਿਸ ਹੈਗੇ ਆ ਕਿ ਉਸ ਪੇਸ਼ੈਂਟ ਨੂੰ ਵਧਣ ਵਾਲੀ ਰਸੌਲੀ ਵੀ ਹੋ ਸਕਦੀ ਹੈ, ਜਿਹਨੂੰ ਅਸੀਂ ਕੈਂਸਰ ਕਹਿ ਦਿੰਦੇ ਹਾਂ, ਮੈਲਿਗਨੈਂਟ ਟਿਊਮਰਸ ਕਹਿ ਦਿੰਦੇ ਹੈਗੇ ਆ। ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗਾ ਕਿ ਪੇਸ਼ੈਂਟ ਨੂੰ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਉਹ ਵੱਧ ਨਹੀਂ ਸਕਦੀਆਂ ਹੈਗੀਆਂ, ਉਹ ਦੂਸਰਾ ਰੂਪ ਨਹੀਂ ਲੈ ਸਕਦੀਆਂ ਹੈਗੀਆਂ। ਡਾਕਟਰ ਸਾਹਿਬ, ਜਿਵੇਂ ਰਸੌਲੀ ਦੀ ਗੱਲ ਕੀਤੀ ਤੁਸੀਂ, ਰਸੌਲੀ ਦੇ ਕਾਰਨ ਬੱਚਾ ਪੈਦਾ ਕਰਨ ਵਿੱਚ ਮੁਸ਼ਕਿਲ ਆ ਸਕਦੀ? ਬਿਲਕੁਲ ਜੀ, ਬਿਲਕੁਲ ਆ ਸਕਦੀ ਹੈ, ਕਿਉਂਕਿ ਬੱਚਾ ਪੈਦਾ ਕਰਨ ਲਈ ਇੱਕ ਪ੍ਰੋਪਰ এনवायरमेंट ਚਾਹੀਦਾ ਹੈਗਾ, ਪ੍ਰੋਪਰ ਮਾਹੌਲ ਚਾਹੀਦਾ ਹੈ ਯੂਟਰਸ ਦੇ ਅੰਦਰ। ਹੁਣ ਯੂਟਰਸ ਦੇ ਅੰਦਰ ਜਦੋਂ ਇਸ ਤਰ੍ਹਾਂ ਦੀ ਟਿਊਮਰਸ ਬਣੇ ਹੋਣਗੇ ਤੇ ਡੈਫੀਨੇਟਲੀ ਪ੍ਰੋਬਲਮ ਆਏਗੀ ਬੱਚੇ ਨੂੰ। ਸਰ, ਮੇਲ ਦੀ ਗੱਲ ਕਰੀਏ, ਮੇਲ ਦੇ ਵਿੱਚ ਸਪਰਮ ਦਾ ਨਾ ਹੋਣਾ, ਸਪਰਮ ਦਾ ਪਤਲਾ ਹੋਣਾ, ਕੀ ਕਾਰਨ ਹੋ ਸਕਦਾ? ਸਰ, ਮੇਲਸ 'ਚ ਅੱਜ ਕੱਲ੍ਹ ਇਹ ਪ੍ਰੋਬਲਮ ਹੈਗੀ ਹੈ ਕਿ ਇੱਕ ਤਾਂ ਇਹਨਾਂ ਨੂੰ ਸਟ੍ਰੈਸ ਬੜਾ, ਹਰ ਇੱਕ ਚੀਜ਼ ਦੇ ਵਿੱਚ ਸਟ੍ਰੈਸ ਹੈ। ਉਹ ਸਟ੍ਰੈਸ ਦੇ ਕਾਰਨ ਇਹ ਗਲਤ ਪਾਸੇ ਜਾਂਦਿਆਂ ਟਾਈਮ ਨਹੀਂ ਲਗਾਉਂਦੇ। ਉਹ ਗਲਤ ਪਾਸੇ ਭਾਵੇਂ ਅਸੀਂ ਦਵਾਈਆਂ ਦੇ ਰੂਪ ਵਿੱਚ ਕਹਿ ਲਈਏ, ਭਾਵੇਂ ਡਾਈਟ ਦੇ ਰੂਪ ਵਿੱਚ ਕਹਿ ਲਈਏ। ਹੁਣ ਜਿੰਨੇ ਪੇਸ਼ੈਂਟਸ ਹੈ ਅੱਜ ਕੱਲ੍ਹ ਆਉਂਦੇ ਹੋਏ ਹੈ, ਬੋਡੀ ਬਿਲਡਿੰਗ ਤੋਂ ਪਹਿਲੇ ਪ੍ਰੀ ਵਰਕਆਊਟ ਲੈਂਦੇ ਹੈ, BCAA ਲੈ ਲੈਂਦੇ ਹੈ, ਕੌਫੀ ਪੀ ਵੀ ਜਾਂਦੇ ਹੈ, ਚਾਹ ਪੀ ਵੀ ਜਾਂਦੇ ਹੈ। ਇਹ ਬਿਲਕੁਲ ਹੀ ਜ਼ਹਿਰ ਹੈਗਾ। ਤੁਸੀਂ ਸਿੰਪਲ ਸਕੰਜਵੀ ਲਓ, ਕਾਂਜੀ ਲਓ, ਸੱਤੂ ਪੀ ਲਓ, ਪੇਠੇ ਦਾ ਜੂਸ ਪੀਓ, ਇਹਨਾਂ ਸਾਰੀਆਂ ਪ੍ਰੋਬਲਮਾਂ ਦੇ ਨਾਲ ਤੁਸੀਂ ਇਹ ਕ੍ਰੈਟਿਨਾਈਨ ਔਰ ਯੂਰੀਆ ਵੱਧਦੇ ਟਾਈਮ ਨਹੀਂ ਲੱਗਦਾ ਔਰ ਇਹ ਸਾਰੇ ਟੌਕਸਿਨਸ ਸਰੀਰ ਦੇ ਅੰਦਰ ਜਮ੍ਹਾਂ ਹੁੰਦੇ ਹੈ। ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਅੱਜ ਲਿੱਤਾ BCAA ਜਾਂ ਪ੍ਰੀ ਵਰਕਆਊਟ ਲਿੱਤਾ ਔਰ ਤੁਸੀਂ ਕੱਲ੍ਹ ਤੱਕ, ਪਰਸੋਂ ਤੱਕ, ਹਫ਼ਤੇ ਤੱਕ ਬਿਮਾਰ ਹੋ ਜਾਓਗੇ। ਇਹਨਾਂ ਨੂੰ ਸਰੀਰ ਦੇ ਵਿੱਚ ਜੜ ਬਣਾਉਂਦਿਆਂ ਟਾਈਮ ਲੱਗਦਾ ਹੈ ਔਰ ਇਹੀ ਚੀਜ਼ਾਂ ਅੱਗੇ ਜਾ ਕੇ ਪ੍ਰੋਬਲਮ ਦਿੰਦੀ ਹੈ। ਜਦੋਂ ਇਹ ਇੰਨਾ ਕੁ ਬਾਰੀਕ ਗਲੈਂਡ ਹੁੰਦਾ ਸਾਡਾ ਟੈਸਟੀਕੁਲਰ, ਸਾਰੀਆਂ ਜਿਹੜੀਆਂ ਓਪਨਿੰਗਸ ਹੈ ਇਹਦੇ ਬਲਬੋ ਯੂਰੇਥਰਲ ਗਲੈਂਡਸ ਹੁੰਦੇ ਆ, ਪ੍ਰੋਸਟੇਟ ਗਲੈਂਡ ਹੈ ਜਿਹਦਾ ਅਸੀਂ ਸੁਣੀਦਾ ਹੈ ਮੇਲਸ ਦੇ ਵਿੱਚ ਪ੍ਰੋਸਟੇਟ ਕੈਂਸਰ ਔਰ ਫੀਮੇਲਸ ਦੇ ਵਿੱਚ ਬ੍ਰੈਸਟ ਕੈਂਸਰ ਬੜਾ ਕਾਮਨ ਹੈਗਾ ਔਰ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਵੱਧਦਾ ਪਿਆ। ਅਸੀਂ ਤਾਂ ਇੱਥੇ ਤੱਕ ਸੁਣਿਆ ਕਿ 2025 ਤੱਕ ਕਾਫੀ ਜਿਹੜੇ ਇੰਡੀਅਨਸ ਹੈ ਉਹਨਾਂ ਨੂੰ ਇਹ ਮੁਸ਼ਕਿਲਾਂ ਆਉਣੀਆਂ ਹੈ। ਸਾਰੇ ਭਾਰਤ ਵਾਸੀਆਂ ਲਈ ਇਹ ਬੜਾ ਮੇਜਰ ਜਿਹੜਾ ਮੈਸੇਜ ਮੈਂ ਪਹੁੰਚਾਉਣਾ ਚਾਹੁੰਦਾ ਕਿ ਕਿਸੇ ਤਰ੍ਹਾਂ ਆਪਣੀ ਡਾਈਟ ਨੂੰ ਦੇਖੋ, ਆਪਣੀ ਡਾਈਟ ਨੂੰ ਕੌਨਸ਼ੀਅਸਲੀ ਅਪਰੂਵ ਕਰੋ। ਉਹਦੇ 'ਚ ਤੁਸੀਂ ਅਖਰੋਟ, ਗਿਰੀਆਂ, ਕਾਜੂ, ਬਦਾਮ, ਚਾਹ, ਕੌਫੀ, ਮੈਗੀ, ਪਾਸਤਾ ਔਰ ਇਹ ਜਿਹੜੇ ਮੋਮੋਜ਼ ਵਗੈਰਾ, ਇਹਨਾਂ ਨੂੰ ਹੁਣੇ ਤੋਂ ਹੀ ਬੰਦ ਕਰੋ। ਚਮਾਸੇ ਦੇ ਦਿਨਾਂ ਦੇ ਵਿੱਚ ਜਾਂ ਜਿਸ ਤਰ੍ਹਾਂ ਤੁਹਾਡਾ ਪੇਟ ਖਰਾਬ ਹੈ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਬਾਹਰ ਅੰਦਰ ਦਾ ਕੁਛ ਨਾ ਖਾਓ। ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ। ਤੁਹਾਨੂੰ ਜੇ ਦਿਲ ਕਰਦਾ ਤੁਸੀਂ ਇਹ ਘਰ ਚੀਜ਼ਾਂ ਇਹ ਬਣਾ ਕੇ ਖਾਓ। ਜਿੰਨਾ ਤੁਸੀਂ ਇਹਨਾਂ ਚੀਜ਼ਾਂ, ਜਿਸ ਤਰ੍ਹਾਂ ਤੁਸੀਂ ਆਮ ਤੌਰ 'ਤੇ ਦੇਖਿਆ ਜਾਏ ਸਾਰੇ ਦੁਨੀਆ ਦੇ ਵਿੱਚ ਹੀ ਚਾਹ ਦੇ ਨਾਲ ਆਮ ਲੋਕ ਨਮਕੀਨ ਲੈ ਲੈਂਦੇ ਆ। ਹੁਣ ਉਹ ਜ਼ਹਿਰ ਹੁੰਦਾ, ਉਹ ਚਾਹ ਦੇ ਨਾਲ ਨਮਕੀਨ ਲੈਣਾ, ਖੱਟਾ ਲੈਣਾ ਬਿਲਕੁਲ ਜ਼ਹਿਰ ਹੈ। ਹੁਣ ਜਦੋਂ ਇਹ ਚੀਜ਼ ਪੇਟ ਦੇ ਅੰਦਰ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਪਚਦੀ ਨਹੀਂ ਹੈ ਤੇ ਅਸਲ ਦੇ ਵਿੱਚ ਸਾਰਾ ਕੁਝ, ਸਾਰੀ ਪ੍ਰੋਬਲਮ ਪੇਟ ਤੋਂ, ਜਿਹਨੂੰ ਅਸੀਂ ਮੈਟਾਬੋਲਿਜ਼ਮ ਤੋਂ ਕਹਿ ਦਿੰਦੇ ਹਾਂ। ਜਦੋਂ ਵੀ ਅਸੀਂ ਆਪਣੀ ਮੈਡੀਸਿਨ ਦੀ ਕਿਤਾਬ ਪੜ੍ਹਦੇ ਹਾਂ ਉਹਦੇ ਵਿੱਚ ਸਾਫ਼-ਸਾਫ਼ ਕਈ ਚੀਜ਼ਾਂ ਲਿਖੀਆਂ ਹੁੰਦੀਆਂ ਕਿ ਮੈਕਸਿਮਮ ਤੌਰ 'ਤੇ ਐਲੋਪੈਥੀ ਦੇ ਵਿੱਚ ਉਹਨਾਂ ਦਾ ਐਟੀਓਲੋਜੀ ਨਹੀਂ ਮੈਂਸ਼ਨਡ ਹੁੰਦੀ ਕਿ ਇਹਦਾ ਕਾਰਨ ਕੀ ਹੈ। ਆਯੁਰਵੇਦ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਉੱਥੇ ਸਾਫ਼-ਸਾਫ਼ ਲਿਖਿਆ ਹੁੰਦਾ ਹੈ ਕਿ ਨਿਦਾਨ ਪਰਿਵਰਜਨ। ਨਿਦਾਨ ਮਤਲਬ ਇਸ ਬਿਮਾਰੀ ਦਾ ਕਾਰਨ ਕੀ ਬਣਿਆ ਸੀ। ਕਾਰਨ ਇਹੀ ਬਣਿਆ ਹੈਗਾ ਕਿ ਉਸ ਪੇਸ਼ੈਂਟ ਨੇ ਮੰਦਾਗਨੀ, ਅਸੀਂ ਜਦੋਂ ਪੜ੍ਹਦੇ ਹਾਂ ਕਿ ਮੰਦ ਅਗਨੀ, ਉਹਦੀ ਅਗਨੀ, ਪੇਟ ਦੀ ਅਗਨੀ ਘੱਟ ਹੋ ਗਈ, ਉਹਦੇ ਪਾਚਨ ਕਿਰਿਆ ਜਿਹੜੀ ਘੱਟ ਹੋ ਗਈ, ਜਿਸ ਕਾਰਨ ਉਹਨੂੰ ਇਹ ਪ੍ਰੋਬਲਮ ਆਈਆਂ। ਔਰ ਉਹ ਕਿਉਂ ਘੱਟ ਹੋਈ? ਉਹ ਗੰਦੀਆਂ ਚੀਜ਼ਾਂ ਖਾਣ ਦੇ ਨਾਲ ਹੋਈ, ਆਪਣੇ ਡੇਲੀ ਰੂਟੀਨ ਦੇ ਵਿੱਚ ਐਕਸਰਸਾਈਜ਼ ਨੂੰ ਨਾ ਕਰਨ ਦੇ ਨਾਲ ਹੋਈ ਔਰ ਫਾਲਤੂ ਦੀਆਂ ਚੀਜ਼ਾਂ ਖਾਣ ਦੇ ਨਾਲ ਹੋਈ। ਡਾਕਟਰ ਸਾਹਿਬ, ਇੱਕ ਹੋਰ ਕਿ ਪ੍ਰੈਗਨੈਂਸੀ ਹੋ ਵੀ ਜਾਂਦੀ ਹੈ ਪਰ ਬੱਚੇ ਦੀ ਗਰੋਥ ਨਹੀਂ ਬਣ ਪਾਉਂਦੀ। ਦੇਖੋ ਜੀ, ਆਟਿਜ਼ਮ ਇੱਕ ਬੜੀ ਇਸ ਤਰ੍ਹਾਂ ਦੀ ਚੀਜ਼ ਹੈ। ADHD, ਅਟੈਂਸ਼ਨ ਡਿਫੈਕਟ ਹਾਈਪਰ ਐਕਟਿਵ ਡਿਸਆਰਡਰ, ਤੇ ਆਟਿਜ਼ਮ ਅੱਜ ਕੱਲ੍ਹ ਬਹੁਤ ਬੱਚਿਆਂ 'ਚ ਆਉਂਦਾ ਪਿਆ ਹੈ ਕਿ ਬੱਚੇ ਬੋਲ ਨਹੀਂ ਪਾਉਂਦੇ ਵੇ। ਪਹਿਲੇ ਤਾਂ ਕਿਸੇ ਕਾਰਨ ਇਹਦਾ ਰੀਜ਼ਨ ਸੀ ਕਿ ਕੋਰੋਨਾ ਆ ਗਿਆ ਸੀ। ਹੁਣ ਇਹਦਾ ਕਾਰਨ ਇਹ ਬਣਦਾ ਪਿਆ ਕਿ ਕੋਰੋਨਾ ਦੇ ਵਿੱਚ ਜਿਹੜੇ ਬੱਚੇ ਫੋਨ ਤੱਕ ਹੀ ਰਹਿ ਗਏ,
ਉਹਨਾਂ ਨੂੰ ਬੋਲਣਾ ਹੀ ਨਹੀਂ ਸਿਖਾਇਆ ਗਿਆ ਕਿਸੇ ਨੇ, ਉਹਨਾਂ ਨੂੰ ਚੱਲਣਾ ਫਿਰਨਾ ਦੌੜਨਾ ਭੱਜਣਾ ਨਹੀਂ ਸਿਖਾਇਆ ਗਿਆ। ਔਰ ਮਾਂ-ਬਾਪ ਜਦੋਂ ਬੱਚਾ ਪੈਦਾ ਕਰ ਰਹੇ ਸੀ ਉਦੋਂ ਕੌਨਸ਼ੀਅਸ ਨਹੀਂ ਸੀ ਹੈਗੇ ਉਸ ਚੀਜ਼ ਨੂੰ ਲੈ ਕੇ। ਇੱਕ ਸੋਚ ਜਿਹੜੀ ਹੈ ਉਹ ਬਿਖਰੀ ਹੋਈ ਸੀ, ਅਲੱਗ-ਅਲੱਗ ਤਰ੍ਹਾਂ ਦੀ ਸੋਚ ਆਉਂਦੀ ਹੈ ਮਨ ਦੇ ਵਿੱਚ, ਜਿਸ ਤਰ੍ਹਾਂ ਮਨ ਫੈਲਿਆ ਹੁੰਦਾ। ਤੇ ਉਸ ਕੇਸ ਦੇ ਵਿੱਚ ਜਦੋਂ ਮਾਂ-ਬਾਪ ਬੱਚੇ ਨੂੰ ਪੈਦਾ ਕਰਦੇ ਆ, ਉਸ ਤਰ੍ਹਾਂ ਦਾ ਬੱਚੇ ਦੇ ਜਿਹੜੇ ਹੈ ਨਾ ਉਹ ਗ੍ਰਹਿ ਨਕਸ਼ਤਰ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਉਹ ਆਟਿਸਟਿਕ ਚਾਈਲਡ ਪੈਦਾ ਹੁੰਦਾ, ਉਹਦੀ ਗਰੋਥ ਹੀ ਨਹੀਂ ਹੋ ਪਾਉਂਦੀ, ਉਹ ਸਾਰੀ ਜ਼ਿੰਦਗੀ ਇੱਕ ਬੱਚਾ ਜਿਹਾ ਹੀ ਰਹਿ ਜਾਂਦਾ ਹੈ ਔਰ ਉਹਨੂੰ ਟਰੀਟ ਕਰਨਾ ਬੜਾ ਹੀ ਮੁਸ਼ਕਿਲ ਹੋ ਗਿਆ ਅੱਜ ਕੱਲ੍ਹ। ਸਰ ਲਾਸਟ ਕੁਐਸਚਨ ਵੱਲ ਜਾਵਾਂ ਕਿ ਪ੍ਰੈਗਨੈਂਸੀ ਹੋ ਜਾਂਦੀ ਆ ਪਰ 18% ਜਿਹੜੇ ਆਪਰੇਟ ਹੋ ਰਿਹਾ, ਨਾਰਮਲ ਡਿਲੀਵਰੀਆਂ ਨਹੀਂ ਹੋ ਰਹੀਆਂ। ਦੇਖੋ ਜੀ, ਜਦੋਂ ਤੱਕ ਸਾਡੇ ਸਰੀਰ ਦੇ ਅੰਦਰ ਜਾਨ ਨਹੀਂ ਹੋਏਗੀ, ਸਾਡੇ ਸਰੀਰ ਦੇ ਅੰਦਰ ਖੁਰਾਕ ਦੀ ਜਗ੍ਹਾ ਮੈਗੀ ਪਾਸਤਾ ਮੋਮੋਜ਼ ਜਾਣਗੇ, ਬੱਚੇ ਛੋਟੇ ਛੋਟੇ, ਜਿੰਨਾ ਅੱਜ ਕੱਲ੍ਹ ਰੇਹੜੀ ਮਾਰਕੀਟ 'ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਰਸ਼ ਹੈ, ਲੋਕਾਂ ਨੂੰ ਉਹੀ ਰਸ਼ ਦਿਸਦਾ ਹੈ ਜਿਨ੍ਹਾਂ ਨੇ ਦੇਖਣਾ ਹੈ। ਬਟ ਦੇਖੋ ਹਸਪੀਟਲਸ ਦੇ ਵਿੱਚ ਉਸ ਤੋਂ ਜ਼ਿਆਦਾ ਰਸ਼ ਹੈ। ਹੁਣ ਤੁਸੀਂ ਸਾਰਾ ਦਿਨ ਇਹਨਾਂ ਸਾਰੀਆਂ ਚੀਜ਼ਾਂ 'ਤੇ ਜਾ ਕੇ ਆਪਣੀ ਭੁੱਖ ਨੂੰ ਮਿਟਾਓਗੇ, ਤੁਹਾਡੇ ਅੰਦਰ ਖੁਰਾਕ ਨਹੀਂ ਜਾਏਗੀ ਸਹੀ ਤਰ੍ਹਾਂ। ਉਸ ਤੋਂ ਬਾਅਦ ਤੁਹਾਡੀ ਸੈਡੈਂਟਰੀ ਲਾਈਫ ਸਟਾਈਲ ਹੈ, ਅੱਜ ਕੱਲ੍ਹ ਹਰ ਪੇਸ਼ੈਂਟ ਕੋਲ ਜਾਂ ਹਰ ਇਨਸਾਨ ਕੋਲ ਘਰ ਫੋਨ ਹੈ, ਉਹ ਫੋਨ ਦੇ ਨਾਲ ਹੀ ਕੰਮ ਕਰੀ ਜਾਂਦਾ ਪਿਆ, ਐਕਸਰਸਾਈਜ਼ ਨਹੀਂ ਕਰਦਾ ਪਿਆ। ਜਿੰਨਾ ਤੁਸੀਂ ਐਕਸਰਸਾਈਜ਼ ਨੂੰ ਘਟਾਓਗੇ, ਜਿੰਨਾ ਤੁਸੀਂ ਦਿਨਚਰਿਆ ਦੇ ਅਕੋਰਡਿੰਗਲੀ ਨਹੀਂ ਚੱਲੋਗੇ, ਸਵੇਰੇ ਟਾਈਮ ਟੂ ਟਾਈਮ ਉੱਠੋ, ਰਾਤ ਨੂੰ 7-7:30 ਵਜੇ ਤੋਂ ਬਾਅਦ ਖਾਣਾ ਨਾ ਖਾਓ, ਇਸ ਤਰ੍ਹਾਂ ਦੀਆਂ ਹੋਰ ਕਾਫੀ ਚੀਜ਼ਾਂ ਜਿਹੜੀਆਂ ਸਾਡੇ ਕੋਲ, ਅਸੀਂ ਚੰਡੀਗੜ੍ਹ ਦੇ ਸਾਰੇ ਡਾਕਟਰਸ ਨੇ ਬੈਠ ਕੇ 37 ਟਿਪਸ ਬਣਾਏ ਸੀ, ਬੜੇ ਟਿਪੀਕਲ ਜਿਹੇ ਟਿਪਸ ਆ ਉਹ, ਤੇ ਉਹਨਾਂ ਦੇ ਜ਼ਰੀਏ ਹੀ ਇਹ ਸਾਰੀਆਂ ਚੀਜ਼ਾਂ ਕਿ ਇਹਨਾਂ ਸਾਰੀਆਂ ਪ੍ਰੋਬਲਮਾਂ ਦਾ ਕਾਰਨ ਹੀ ਅਸੀਂ ਖਤਮ ਕਰ ਦਿੰਦੇ ਹਾਂ ਆਯੁਰਵੇਦ ਵਿੱਚ ਜਦੋਂ ਆਉਂਦੇ ਹਾਂ। ਤੇ ਥੋੜ੍ਹੀਆਂ ਜਿਹੀਆਂ ਬੇਸਿਕ ਠੰਡੀਆਂ ਦਵਾਈਆਂ ਦੇ ਕੇ, ਜਿਨ੍ਹਾਂ ਦਾ 100% ਕੋਈ ਨੁਕਸਾਨ ਨਹੀਂ ਹੁੰਦਾ, ਉਹ ਪੇਸ਼ੈਂਟ ਨੂੰ ਦੇ ਕੇ ਜਿਹੜਾ ਬੜੇ ਈਜ਼ੀਲੀ ਅਸਰ ਕਰ ਜਾਂਦੀਆਂ ਉਹਨਾਂ 'ਤੇ ਔਰ ਸੂਟ ਕਰ ਜਾਂਦੀਆਂ। ਉਹਨਾਂ ਦਾ ਪੇਟ ਵੇਟ ਸਾਫ਼ ਰਹਿਣਾ ਸ਼ੁਰੂ ਹੋ ਜਾਂਦਾ ਹੈ। ਗੈਸ ਐਸੀਡਿਟੀ, ਹਾਈਪਰ ਐਸੀਡਿਟੀ, ਅਮਲ ਪਿੱਤ, ਉਸ ਅਮਲ ਪਿੱਤ ਕਾਰਨ ਗਲੇ 'ਚ ਅਲਸਰ, ਗਲੇ 'ਚ ਕੈਂਸਰਸ ਤੇ ਸਰੀਰ 'ਚ ਕਿਤੇ ਵੀ ਕੈਂਸਰਸ, ਬਿਨਾਈਨ ਟਿਊਮਰਸ ਨਹੀਂ ਬਣਦੇ ਜਾਂ ਪ੍ਰੀਵੈਂਟ ਹੋ ਜਾਂਦੇ ਹੈ। ਉਸ ਦੇ ਵਿੱਚ ਅਸੀਂ ਵਰਕ ਕਰਦੇ ਪਏ ਔਰ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਪਿਆ। ਈਵਨ ਅਸੀਂ ਜਦੋਂ ਹਸਪੀਟਲਾਂ 'ਚ ਹੁੰਦੇ ਸੀ, ਸਾਨੂੰ ਜ਼ਿੰਦਗੀ ਬਚਾਉਣ ਲਈ ਇਸ ਤਰ੍ਹਾਂ ਦੇ ਇੰਜੈਕਸ਼ਨਸ ਲਗਾਉਣੇ ਪੈਂਦੇ ਸੀ, ਜਿਸ ਤਰ੍ਹਾਂ ਸਟੀਰੋਇਡਸ ਲਗਾਉਣੇ ਪੈਂਦੇ ਸੀ, ਜਿਸ ਕਾਰਨ 8ਵੇਂ ਦਿਨ ਪੇਸ਼ੈਂਟ ਨੂੰ, 8ਵੇਂ ਜਾਂ 12ਵੇਂ ਦਿਨ ਸਾਨੂੰ ਪੇਸ਼ੈਂਟ ਨੂੰ ਡਾਇਬਟੀਜ਼ ਦੀ ਦਵਾਈ ਨਾਲ ਸ਼ੂਗਰ ਦੀ ਦੇਣੀ ਪੈਂਦੀ ਸੀ। ਉਹਨੂੰ ਪੇਸ਼ੈਂਟ ਨੂੰ ਸਾਰੀ ਜ਼ਿੰਦਗੀ ਲਈ ਉਹਦੇ ਪੈਨਕ੍ਰੀਆਸ ਜਲ ਜਾਂਦੇ ਸੀ ਔਰ ਉਹਨੂੰ ਸ਼ੂਗਰ ਹੋ ਜਾਂਦੀ ਸੀ। ਤੇ ਸੋਚੋ ਤੁਸੀਂ ਕਿ ਇੰਨੀ ਜ਼ਿਆਦਾ ਭਿਅੰਕਰ ਹੁੰਦੀ ਹੈ ਕਈ ਵਾਰੀ ਅੰਗਰੇਜ਼ੀ ਦਵਾਈ, ਤੇ ਅਸੀਂ ਇਸ ਚੀਜ਼ ਨੂੰ ਹੀ ਠੰਡੀਆਂ ਦਵਾਈਆਂ ਦੇ ਕੇ ਕਿਸੇ ਤਰ੍ਹਾਂ ਔਰ ਪਰਹੇਜ਼ ਦੱਸ ਕੇ ਪੇਸ਼ੈਂਟ ਨੂੰ, ਕਿੰਨੇ ਤਰ੍ਹਾਂ ਦੇ ਚੰਗੇ ਪਰਹੇਜ਼ ਦੱਸ ਕੇ ਅਸੀਂ ਡਾਇਬਟੀਜ਼ ਦੇ ਕਾਫੀ ਪੇਸ਼ੈਂਟਸ ਰਿਕਵਰ ਕਰ ਦਿੱਤੇ ਹੈ। ਸਰ ਮੈਂ ਚਾਹੂੰਗਾ ਕਿ ਜਿਹੜਾ ਤੁਹਾਡੇ ਕੋਲ ਆ ਤੁਸੀਂ ਕਰਦੇ ਹੋ, ਇਹ ਤੁਹਾਡਾ ਐਡਰੈਸ ਕੀ ਹੈ ਜਿੱਥੇ ਤੁਸੀਂ ਇਲਾਜ ਲੋਕਾਂ ਦਾ ਕਰ ਰਹੇ ਹੋ? ਹਾਂਜੀ, ਇਹ ਅੰਮ੍ਰਿਤਸਰ ਦੇ ਵਿੱਚ ਹੈ ਜੀ, ਵਿਜੇ ਨਗਰ 2/3 ਨੰਬਰ ਗਲੀ ਦੇ ਵਿੱਚ, ਬਟਾਲਾ ਰੋਡ ਦੇ ਵਿੱਚ ਹੈ। ਬਾਬਾ ਸੈਂਟਰ ਆਫ ਮਾਡਰਨ ਆਯੁਰਵੇਦਾ ਦੇ ਨਾਲ ਹੈ। ਮਾਡਰਨ ਆਯੁਰਵੇਦਾ ਤਾਂ ਹੈ ਕਿ ਅਸੀਂ 8-9-10 ਸਾਲ ਅਸੀਂ ਐਲੋਪੈਥੀ ਨੂੰ ਦਿੱਤੇ ਹੈ ਪ੍ਰੋਪਰ, ਅਸੀਂ ਉੱਥੇ EMO ਰਹੇ ਹਾਂ, ਐਮਰਜੈਂਸੀ ਮੈਡੀਕਲ ਆਫਿਸਰ ਰਹੇ ਹਾਂ। ਹੁਣ ਉਸ ਸਿਧਾਂਤ ਨੂੰ ਤੇ ਇਸ ਸਿਧਾਂਤ ਨੂੰ ਇਕੱਠੇ ਕਰਕੇ ਜਦੋਂ ਅਸੀਂ ਚੱਲਦੇ ਹਾਂ, ਕਿਉਂਕਿ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਉਹੀ ਸਹੀ ਹੈ ਜਿਹਨੂੰ ਦੋਨੋਂ ਸਿਧਾਂਤ ਪਤਾ ਹੈ। ਜਿਹਨੂੰ ਸਿਰਫ ਆਯੁਰਵੇਦ ਪਤਾ ਹੈ ਜਾਂ ਸਿਰਫ ਐਲੋਪੈਥਿਕ ਪਤਾ ਹੈ, ਉਹ ਨਹੀਂ ਕਾਮਯਾਬ। ਜਿਹਨੂੰ ਦੋਨੋਂ ਸਿਧਾਂਤ ਪਤਾ ਹੈ, ਨਿਊਰੋਥੈਰੇਪੀ ਪਤਾ ਹੈ, ਪੰਚਕਰਮਾ ਵੀ ਪਤਾ ਹੈ, ਤੇ ਉਹੀ ਪੇਸ਼ੈਂਟ ਨੂੰ ਇੱਕ ਸਹੀ ਗਾਈਡ ਕਰ ਸਕਦਾ ਕਿ ਹਾਂ ਐਮਰਜੈਂਸੀ ਵੇਲੇ ਤੂੰ ਇਹ ਮੈਡੀਸਿਨਸ ਲੈ ਲਿਆ ਕਰ, ਬਸ ਬਾਕੀ ਸਪੋਰਟਿਵ ਮੈਡੀਸਿਨਸ ਤੈਨੂੰ ਹੌਲੀ ਹੌਲੀ ਕਰਕੇ 1.5-2 ਮੰਥ ਲਾ ਕੇ 100% ਠੀਕ ਕਰ ਦੇਗੀ। ਸਾਡੇ ਕੋਲ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਆ ਜਿਹੜੇ ਪੂਰੇ ਚਿੱਠੇ ਲੈ ਕੇ ਆਉਂਦੇ ਆਪਣੇ, ਔਰ ਅਸੀਂ ਸਿੰਪਲ ਹਾਈਪਰ ਐਸਿਡਿਟੀ ਦੀ ਮੈਡੀਸਿਨਸ ਦੇ ਕੇ, ਪਿੱਤ ਸ਼ਾਮਕ, ਪਿੱਤ ਨੂੰ ਸ਼ਾਂਤ ਕਰਨ ਦੀ ਮੈਡੀਸਿਨ ਦੇ ਕੇ ਪੇਸ਼ੈਂਟ ਦਾ ਕੈਂਸਰ ਤੱਕ ਠੀਕ ਕਰ ਦਿੱਤਾ ਹੋਗਾ ਐਸੇ ਸੀਟ ਤੇ ਬੈਠ ਕੇ। ਠੀਕ ਹੈ, ਥੈਂਕ ਯੂ ਸਰ। ਇਹ ਸਨ ਡਾਕਟਰ ਅਰਜਨ ਬਾਵਾ ਜੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਜਿਹੜੀਆਂ ਨਾਮਨਾਮ ਬਿਮਾਰੀਆਂ ਜਿਨ੍ਹਾਂ ਦੇ ਕਾਰਨ ਅੱਜ ਸੰਸਾਰ ਦੇ ਵਿੱਚ ਸਾਡੇ ਲੋਕ ਜਿਹੜੇ ਬੱਚਾ ਨਹੀਂ ਪੈਦਾ ਕਰ ਪਾਉਂਦੇ, ਤੁਸੀਂ ਇਹਨਾਂ ਨੂੰ ਆ ਕੇ ਡਾਕਟਰ ਸਾਹਿਬ ਨੂੰ ਜ਼ਰੂਰ ਮਿਲ ਸਕਦੇ ਹੋ। ਅੰਮ੍ਰਿਤਸਰ ਦੇ ਵਿੱਚ ਬਟਾਲਾ ਰੋਡ, ਵਿਜੇ ਨਗਰ ਗਲੀ ਨੰਬਰ 2 ਦੇ ਵਿੱਚ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਕਰੀਨ ਦੇ ਉੱਤੇ ਇਹਨਾਂ ਦਾ ਜਿਹੜਾ ਸੰਪਰਕ ਨੰਬਰ ਵੀ ਆ ਰਿਹਾ, ਤੁਸੀਂ ਇਹਨਾਂ ਨਾਲ ਜ਼ਰੂਰ ਕੰਟੈਕਟ ਕਰੋ ਕਿ ਆਯੁਰਵੈਦਿਕ ਮੁਤਾਬਕ ਜਿਹੜਾ ਇਲਾਜ ਆਪਣਾ ਜ਼ਰੂਰ ਕਰਾਓ। ਲਗਾਤਾਰ ਮਿਲਦੇ ਰਹਾਂਗੇ। ਧੰਨਵਾਦ। ਮੈਂ ਮਨਪ੍ਰੀਤ ਸਿੰਘ ਆਜ਼ਾਦ। ਸਤਿ ਸ਼੍ਰੀ ਅਕਾਲ।